जग करता हरता प्रभु, शाहिन शाहे नरिंद। पाद पदम ते बंदना, श्री गुरु गोबिंद सिंह। पाद पदम ते बंदना, श्री गुरु गोबिंद सिंह। शाय जाति एकता अनेकता बुलाए जाति, होवती कुचीलता किताबन कुरान की। पाप ही प्रपक जाते धर्म धसक जाते, बारन गरक जाते सहत विधान की। देवी देव देहोरे संतोख सिंह दूर होते, रीत मिट जाती कथा वेदन पुराण की। श्री गुरु गोबिंद सिंह पावन परम सूर, मूरत ना होती जो पै करुणा निदान की। मूरत ना होती जो पै करुणा निदान की। श्री गुरु नानक दसम गुर, मद गुरु है जोए। तिन चरणन मम बंदना, करहो हमारी सोए। वह प्रगट्यो मर्द अगमड़ा वरियाम अकेला, वाह वाह गोबिंद सिंह आपे गुर चेला। लट पट फर रहे गुर शब्दन की पई चंकार, प्रगटे गुरु गोबिंद सिंह साहिब जी जिन सब कुल लिया उदार। सिर मस्तक रख्या पार ब्रह्मं, हस्त काया रख्या परमेश्वर। आत्म रख्या गोपाल स्वामी, तन चरण रख्या जगदीश्वर। सर्ब रख्या गुर दयाल है, भै दुख बिनाशन है। भगत वशल अनाथ नाथे, सरन नानक पुरख अच्युत है। धन धन साहिब श्री गुरु गोबिंद सिंह साहिब जी महाराज जी दे इस गुरपुरब दियां आप जी नूं, KTV ਦੇ ਸਮੂਹ ਦੇਖਣ ਵਾਲੀਆਂ ਸੰਗਤਾਂ ਨੂੰ ਲੱਖਾਂ ਨਹੀਂ ਕਰੋੜਾਂ ਨਹੀਂ ਕੋਟਾਨ ਕੋਟ ਲੱਖਾਂ ਕਰੋੜਾਂ ਜਿੰਨੀਆਂ ਮਰਜ਼ੀ ਜੀਰੋਆਂ ਮਗਰ ਲਾ ਦਿਓ, ਇੰਨੀਆਂ ਵਧਾਈਆਂ। ਇਹ ਵਧਾਈਆਂ ਲੈਣ ਯੋਗ ਅਸੀਂ ਹੋਈ ਤਾਂ ਆ ਕਿਉਂਕਿ ਸਾਡੇ ਸਤਿਗੁਰੂ ਜੀ ਨੇ ਜਨਮ ਲੈ ਕੇ ਬਹੁਤ ਵੱਡੇ ਉਪਕਾਰ ਕੀਤੇ ਨੇ ਸਾਡੇ ਤੇ। ਇਕੱਲੇ ਸਾਡੇ ਤੇ ਹੀ ਨਹੀਂ, ਇਹੋ ਜਿਹਾ ਕੋਈ ਵਰਗ ਨਹੀਂ, ਇਹੋ ਜਿਹੀ ਕੋਈ ਦੁਨੀਆ ਦੀ ਕੋਈ ਕਮਿਊਨਿਟੀ ਨਹੀਂ ਜਿਸ ਦਾ ਮੇਰੇ ਪਾਤਸ਼ਾਹ ਜੀ ਨੇ ਧਿਆਨ ਨਾ ਰੱਖਿਆ ਹੋਵੇ। ਬਚਨ ਕਰਦੇ ਹਾਂ, ਆਪ ਜੀ ਨੇ ਬਹੁਤ ਕਥਾ ਬਹੁਤ ਸੂਝਵਾਨ ਪਿਆਰਿਆਂ ਤੋਂ ਸੁਣੀਆਂ ਨੇ। ਕਥਾਵਾਚਕ ਬਹੁਤ ਵਧੀਆ ਤਰੀਕੇ ਨਾਲ ਕੀਰਤਨੀਏ ਬੜੇ ਪਿਆਰ ਸਤਿਕਾਰ ਨਾਲ ਗਾਇਨ ਕਰਕੇ ਮਹਾਰਾਜ ਜੀ ਦਾ ਇਹ ਦਿਵਸ ਮਨਾ ਰਹੇ ਨੇ ਤੇ ਆਪ ਜੀ ਨੂੰ ਕਥਾ ਬਾਰੇ ਬਹੁਤ ਜਾਣਕਾਰੀ ਹੋਵੇਗੀ। ਟੂਕ ਮਾਤਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹਨਾਂ ਦੇ ਆਪ ਦੇ ਬੋਲ, ਉਹਨਾਂ ਦੀ ਆਪ ਜੀ ਦੀ ਬਾਣੀ ਇਸ ਦਿਨ ਨੂੰ ਲੈ ਕੇ ਸਾਨੂੰ ਕੀ ਸਿੱਖਿਆ ਦਿੰਦੀ ਹੈ। ਉਹਨਾਂ ਦੇ ਇਸ ਅਵਤਾਰ ਬਾਰੇ ਮੇਰੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਜੀ ਖੁਦ ਲਿਖਦੇ ਨੇ ਕਿ ਮੈਂ ਕਿਸ ਤਰ੍ਹਾਂ ਇਸ ਧਰਤੀ ਤੇ ਆਇਆ ਹਾਂ, ਕਿਉਂ ਆਇਆ ਹਾਂ, ਮੈਨੂੰ ਕਿਸ ਨੇ ਭੇਜਿਆ ਹੈ, ਕਾਰਨ ਕੀ ਸੀ। ਅਸਲ ਦੇ ਵਿੱਚ ਹਿੰਦੁਸਤਾਨ ਦੀ ਧਰਤੀ, ਜਿਸ ਦੇ ਉੱਪਰ ਜੇ ਗੱਲ ਕਰੀਏ ਸ਼੍ਰੀ ਰਾਮਚੰਦਰ ਜੀ, ਸ਼ਿਵ ਜੀ ਭਗਵਾਨ ਜੀ, ਪਰਸ਼ੁਰਾਮ ਜੀ, ਇੰਦਰ ਦੇਵਤੇ ਵਰਗੇ, ਹਨੂਮਾਨ ਜੀ, ਪਾਂਡਵ, ਜਿੰਨਿਆਂ ਦਾ ਮਰਜ਼ੀ ਨਾਂ ਲਈਏ, ਪਹਿਲੇ ਯੁੱਗਾਂ ਦੇ ਵਿੱਚ ਸਾਰੇ ਸ਼ਸਤਰਧਾਰੀ ਸਨ। They all held the weapons for their self-defense to protect themselves and their communities, their kingdoms. ਪਰ ਜਿਸ ਵਕਤ ਉਹ ਸ਼ਾਸਤਰ
ਅਲੋਪ ਹੋ ਗਏ ਜਾਂ ਅਲੋਪ ਕਰ ਦਿੱਤੇ ਗਏ। ਮਤਲਬ ਕਿ there was no further requirement for any of the Hindu followers to carry any weapons with them for self-defense, because they all became into meditation ਕਿ ਬਸ ਪੂਜਾ ਕਰੋ, ਭਗਤੀ ਕਰੋ, ਸ਼ਾਸਤਰਾਂ ਦਾ ਸਾਡਾ ਕੋਈ ਲੈਣ ਦੇਣ ਨਹੀਂ। ਉਸ ਵਕਤ ਹੌਲੀ ਹੌਲੀ ਮੇਰੇ ਹਿਸਾਬ ਨਾਲ ਪੂਰੇ ਵਰਲਡ ਦੇ ਵਿੱਚੋਂ ਕੋਈ ਸ਼ਾਇਦ ਦੇਸ਼ ਹੋਵੇ ਜਿਹਨੇ ਹਿੰਦੁਸਤਾਨ ਤੇ ਕਬਜ਼ਾ ਨਹੀਂ ਕੀਤਾ, ਰਾਜ ਨਹੀਂ ਕੀਤਾ। ਹਰ ਇੱਕ ਨੇ ਕੀਤਾ। ਫਰਾਂਸ ਵਾਲਿਆਂ ਨੇ ਜਾ ਕੇ ਰਾਜ ਕੀਤਾ, ਪੋਰਚੀਆਂ ਨੇ ਜਾ ਕੇ ਕੀਤਾ, ਇੰਗਲੈਂਡ ਵਾਲਿਆਂ ਨੇ ਕੀਤਾ, ਮੁਗਲਾਂ ਨੇ ਕੀਤਾ, ਮੰਗੋਲੀਆਂ ਨੇ ਕੀਤਾ, ਕਿੰਨੇ ਕਿੰਨੇ ਬਾਹਰੋਂ ਆ ਕੇ ਹਮਲੇ ਕਰਕੇ ਜਾਂਦੇ ਰਹੇ। ਪਰ ਸਾਡੇ ਹਿੰਦੁਸਤਾਨ ਦੇ ਲੋਕ ਇੰਨੇ ਬੁਜ਼ਦਿਲ ਬਣ ਚੁੱਕੇ ਸਨ ਕਿ ਉਹ ਇੱਕ ਕਰਦ ਵੀ ਨਹੀਂ ਸੀ ਚੁੱਕ ਸਕਦੇ। Just a little knife to protect themselves, because they were under so much the following rule that was not in their favor. ਤੇ ਜਿਸ ਵਕਤ ਮੁਗਲਾਂ ਦਾ ਰਾਜ ਆਇਆ, ਉਹ ਆਪਾਂ ਨੂੰ ਸਿੱਖਾਂ ਨੂੰ we should be aware from the time of Guru Nanak Dev Ji till the time of Guru Gobind Singh Sahib Ji, how many things had happened for peace, for justice. ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਕਿਸ ਸਮੇਂ ਦੇ ਹਿਸਾਬ ਨਾਲ ਆਉਣਾ ਪਿਆ, ਇਹ ਬਚਨ ਵੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਵਕਤ ਕਰ ਦਿੱਤੇ ਸੀ, ਜਿਸ ਵਕਤ ਪਟਨਾ ਸਾਹਿਬ ਦੀ ਪਵਿੱਤਰ ਧਰਤੀ ਤੇ ਚਾਰਲਸ ਰਾਏ ਜਿਸ ਦੀ ਹਵੇਲੀ ਸੀ, ਉੱਥੇ ਮਹਾਰਾਜ ਜੀ ਨੇ ਰਹਿਣਾ। ਤੇ ਉਸ ਵਕਤ ਉਹਨਾਂ ਨੇ ਉਹ ਰਾਜਾ ਸੀ ਉੱਥੇ ਦਾ ਪਟਨੇ ਦਾ, ਜਿਸ ਦੀ ਹਵੇਲੀ 'ਚ ਅੱਜ ਤਖਤ ਬਣਿਆ ਹੈ। ਤੇ ਮੇਰੇ ਪਾਤਸ਼ਾਹ ਜੀ ਦੀ ਬੜੀ ਸੇਵਾ, ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਬਹੁਤ ਸੇਵਾ ਕੀਤੀ ਸੀ ਰਾਜੇ ਰਾਣੀ ਨੇ। ਤੇ ਜਦੋਂ ਮਹਾਰਾਜ ਉੱਥੋਂ ਚੱਲਣ ਲੱਗੇ ਤੇ ਉਹਨਾਂ ਨੇ ਕਿਹਾ ਕਿਰਪਾ ਕਰੋ, ਕੋਈ ਬਖਸ਼ਿਸ਼ ਕਰੋ, ਸਾਨੂੰ ਕੁਝ ਦੇ ਕੇ ਜਾਓ। ਇੱਥੇ ਇੰਨੇ ਦਿਨ ਆਨੰਦਮਈ ਆਪ ਜੀ ਨੇ ਪਹਿਰਾ ਪ੍ਰਗਟ ਕੀਤਾ, ਹੁਣ ਤੁਸੀਂ ਜਾ ਰਹੇ ਹੋ ਤੇ ਸਾਡੀਆਂ ਖੁਸ਼ੀਆਂ, ਸਾਨੂੰ ਉਹ ਪਿਆਰ ਸਤਿਕਾਰ ਨਹੀਂ ਮਿਲੇਗਾ। ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦਾ ਪਿਆਰ ਦੇਖ ਕੇ, ਉਹਨਾਂ ਦਾ ਸਤਿਕਾਰ ਦੇਖ ਕੇ ਉਹਨਾਂ ਨੂੰ ਬਚਨ ਦਿੱਤਾ ਕਿ ਅਸੀਂ ਵਾਪਸ ਜ਼ਰੂਰ ਆਵਾਂਗੇ, ਪਰ ਇਸ ਜਾਮੇ ਵਿੱਚ ਨਹੀਂ। ਉਹਨਾਂ ਨੇ ਪੁੱਛਿਆ ਮਹਾਰਾਜ ਬੇਨਤੀ ਦੱਸੋ ਫਿਰ ਕਦੋਂ ਆਓਗੇ? ਮਹਾਰਾਜ ਕਹਿੰਦੇ ਕਿ ਅਸੀਂ 10ਵੇਂ ਜਾਮੇ ਵਿੱਚ ਆਵਾਂਗੇ। 10ਵੇਂ ਜਾਮੇ ਵਿੱਚ ਸਾਡਾ ਨਾਮ ਗੋਬਿੰਦ ਸਿੰਘ ਹੋਵੇਗਾ ਤੇ ਉਸ ਵਕਤ ਅਸੀਂ ਆਪ ਜੀ ਦੀ ਹੀ ਹਵੇਲੀ ਵਿੱਚ ਜਨਮ ਲਵਾਂਗੇ। ਇਹ ਬਚਨ ਪ੍ਰਤੱਖ ਨੇ, ਇਹਨਾਂ 'ਚ ਕੋਈ ਈਚ ਨੂਚ ਘੱਟ ਵੱਧ ਕੋਈ ਗੱਲ ਨਹੀਂ। ਹੁਣ ਆਪਾਂ ਆਈਏ ਇਸ ਪਵਿੱਤਰ ਦਿਹਾੜੇ ਤੇ। ਮੇਰੇ ਪਾਤਸ਼ਾਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੀ ਬਾਣੀ ਬਚਿੱਤਰ ਨਾਟਕ ਦੇ ਵਿੱਚੋਂ ਆਪਣੇ ਮੁਖਾਰਬਿੰਦ ਤੋਂ ਕਿਹੜੇ ਸ਼ਬਦ ਸਾਨੂੰ, ਸਾਡੇ ਵਰਗੇ ਮੂਰਖਾਂ ਨੂੰ ਸਮਝਾ ਕੇ ਚੱਲੇ ਨੇ। ਪਰ ਅਜੇ ਵੀ ਬਹੁਤ ਸਾਡੇ ਵਰਗੇ ਇਹੋ ਜਿਹੇ ਨੇ ਜਿਹੜੇ ਮਹਾਮੂਰਖ ਨੇ, ਉਹ ਗੱਲ ਸਮਝਣ ਨੂੰ ਤਿਆਰ ਨਹੀਂ। ਰੱਬ ਉਹਨਾਂ ਨੂੰ ਤੰਦਰੁਸਤੀ ਬਖਸ਼ੇ, ਸੋਝ ਬਖਸ਼ੇ, ਚੜ੍ਹਦੀ ਕਲਾ ਬਖਸ਼ੇ ਕਿ ਤਾਂ ਉਹਨਾਂ ਨੂੰ ਸਮਝ ਆਏ ਕਿ ਮੇਰੇ ਪਾਤਸ਼ਾਹ ਜੀ ਦੇ ਕੌਤਕ ਕਿੱਡੇ ਵੱਡੇ ਨੇ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਚੌਪਈ, ਅਬ ਮੈਂ ਆਪਣੀ ਕਥਾ ਬਖਾਨੋ, ਤਪ ਸਾਧਤ ਜਹ ਬਿਦ ਮੋਹਿਆਨੋ। ਮਹਾਰਾਜ ਕਹਿੰਦੇ ਹੁਣ ਮੈਂ ਆਪਣੀ ਕਥਾ, ਮੈਂ ਆਪਣੀ ਬਾਇਓਗ੍ਰਾਫੀ ਤੁਹਾਨੂੰ ਦੱਸਣ ਲੱਗਿਆ ਹਾਂ। ਧਿਆਨ ਨਾਲ ਸੁਣ ਲਿਓ, ਸਮਝ ਲਿਓ। ਬਹੁਤ ਵੱਡੀ ਗੱਲ ਆ ਜੇ ਬੰਦੇ ਦੇ, ਆਦਮੀ ਦੇ ਦਿਮਾਗ 'ਚ ਗੱਲ ਆ ਜਾਏ। Sometimes we just have to imagine to be in a similar situation knowingly that it is impossible, because ਆਪਾਂ ਜੋ ਸਾਨੂੰ ਦੱਸਦਾ ਅੱਜ ਕੱਲ੍ਹ ਤਾਂ ਅਸੀਂ ਕਿਸੇ ਦੀ ਗੱਲ ਸੁਣੀਏ ਵੀ ਮੰਨਦੇ ਨਹੀਂ, ਜਦ ਤੇ ਅਸੀਂ ਦੇਖਦੇ ਨਹੀਂ ਉੱਤੇ ਅਸੀਂ ਮੰਨਦੇ ਨਹੀਂ। ਮਹਾਰਾਜ ਜੀ ਕੀ ਕਹਿੰਦੇ ਨੇ, ਮੈਂ ਹੁਣ ਆਪਣੀ ਵਾਰਤਾ ਦਾ ਬਖਾਨ ਕਰਨ ਲੱਗਾ ਹਾਂ। ਅਬ ਮੈਂ ਆਪਣੀ ਕਥਾ ਬਖਾਨੋ। ਕਿਹੜੀ ਕਥਾ ਜੀ? ਤਪ ਸਾਧਿਤ ਜਹ ਬਿਦ ਮੋਹਿ ਆਨੋ। ਜਿਸ ਤਰ੍ਹਾਂ ਮੈਨੂੰ ਤਪ ਕਰਦੇ ਨੂੰ ਲਿਆਂਦਾ ਗਿਆ, ਮੈਂ ਤਪ ਕਰਦਾ ਸੀ, ਤਪ ਮੈਡੀਟੇਸ਼ਨ। ਵਾਹਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ was doing his meditation. This is him talking about his previous life before actually coming to earth, what we're celebrating today.
हेमकुंट पर्वत है जहां, सप्त श्रृंग शोभित है तहां। जिथे हेमकुंट पर्वत है ਅਤੇ ਜਿੱਥੇ 7 ਪਰਬਤੀ ਚੋਟੀਆਂ ਸੁਭਾਏਮਾਨ ਹਨ। ਹੇਮਕੁੰਟ ਸਾਹਿਬ ਦੀ ਯਾਤਰਾ ਜਿਨ੍ਹਾਂ ਨੇ ਕੀਤੀ ਹੈ, ਜਿਨ੍ਹਾਂ ਸੰਗਤਾਂ ਨੇ ਕੀਤੀ ਹੈ, ਉਹਨਾਂ ਦੇ ਚਰਨਾਂ ਤੇ ਦਾਸ ਦੀ ਲੱਖਾਂ ਵਾਰੀ ਨਹੀਂ ਕਰੋੜਾਂ ਵਾਰੀ ਨਮਸਕਾਰ, ਨਮਸਕਾਰ, ਨਮਸਕਾਰ। ਬਹੁਤ ਵੱਡੀ ਕੁਰਬਾਨੀ ਹੈ ਆਪ ਦੀ ਜੋ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਜਾਂਦੇ ਹੋ। ਨਾ ਬਰਫ਼ ਦੇਖਦੇ ਹੋ, ਨਾ ਮੀਂਹ ਕਿਣੀ ਪਹਾੜਾਂ ਦੇ ਪਹਾੜ ਡਿੱਗੇ ਹੁੰਦੇ ਨੇ ਰਾਹਾਂ ਦੇ ਵਿੱਚ, ਫਿਰ ਵੀ ਜਾਂਦੇ ਹੋ। ਇਹ ਕੁਰਬਾਨੀ ਆ, ਇਹ ਆਮ ਬੰਦਾ ਜਾ ਵੀ ਨਹੀਂ ਸਕਦਾ। ਜਿਸ ਦਾ ਹਿਰਦਾ ਤਕੜਾ ਹੋਵੇ, ਜਿਸ ਦਾ ਦਿਲ ਵੱਡਾ ਹੋਵੇ ਤੇ ਦਿਮਾਗ ਵਿੱਚ ਨਿਮਰਤਾ ਹੋਵੇ ਨਾ ਕਿ ਮੈਂ ਜਾਣਾ ਹੀ ਜਾਣਾ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ, ਉਹ ਹੀ ਜਾਂਦੇ ਨੇ। ਉਹ ਸਕਸੈਸਫੁਲੀ ਜਾਂਦੇ ਨੇ, ਸਕਸੈਸਫੁਲੀ ਵਾਪਸ ਆਉਂਦੇ ਨੇ ਬਿਨਾਂ ਕਿਸੇ ਤੰਗੀ ਤਕਲੀਫ ਤੋਂ। ਜੇ ਕੋਈ ਤੰਗੀ ਤਕਲੀਫ ਹੁੰਦੀ ਹੈ ਉਹਨਾਂ ਨੂੰ, ਰੱਬ ਦਾ ਭਾਣਾ ਮੰਨਦੇ ਨੇ। ਇਹਨਾਂ ਨੂੰ ਹੀ ਸਿੱਖ ਕਿਹਾ ਜਾਂਦਾ। ਸੋ ਮਹਾਰਾਜ ਜੀ ਅੱਗੇ ਬਚਨ ਕਰਦੇ ਨੇ ਕਿ 7 ਪਹਾੜੀਆਂ ਦੀਆਂ ਚੋਟੀਆਂ ਦੇ ਵਿਚਕਾਰ, ਮੈਨੂੰ ਗੱਲ ਯਾਦ ਆ ਗਈ, ਬਹੁਤ ਪਿਆਰੇ ਸਿੰਘ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਰਕਬੇ ਵਾਲੇ, ਉਹਨਾਂ ਦੀ ਕਥਾ ਜ਼ਰੂਰ ਸੁਣਿਆ ਕਰੋ। ਅਗਰ ਤੁਹਾਨੂੰ ਕਥਾ ਦੇ ਨਾਲ ਪਿਆਰ ਹੈ ਨਾ, ਉਹਨਾਂ ਦੀ ਜਿਹੜੀ ਡੂੰਘਾਈ ਹੈ ਉਹਨਾਂ ਦੀ ਕਥਾ ਦੀ ਬਹੁਤ ਆਨੰਦਮਈ ਹੈ। ਸੁਣਿਆ ਕਰੋਗੇ ਤਾਂ ਤੁਹਾਡਾ ਸਭ ਦਾ ਭਲਾ ਹੋਊਗਾ, ਕਿਉਂਕਿ ਉਹਨਾਂ ਕੋਲ ਬਹੁਤ ਤਕੜਾ ਗਹਿਣਾ ਹੈ, ਬਹੁਤ ਤਕੜੀ ਬਖਸ਼ਿਸ਼ ਹੈ ਉਹਨਾਂ ਤੇ। ਉਹਨਾਂ ਦੇ ਬਚਨ ਜ਼ਰੂਰ ਸੁਣਿਆ ਕਰੋ, YouTube ਤੇ ਜਿੱਥੋਂ ਮਰਜ਼ੀ ਲੱਭ ਲਿਓ। ਗਿਆਨੀ ਇੰਦਰਜੀਤ ਸਿੰਘ ਜੀ ਰਕਬੇ ਵਾਲੇ ਬਚਨ ਆਏ ਉਹਨਾਂ ਦੇ। ਉਹ ਆਖਦੇ ਕਿ 7 ਚੋਟੀਆਂ ਦੇ ਵਿਚਕਾਰ ਇੱਕ ਚੋਟੀ ਥੋੜੀ ਜਿਹੀ ਨੀਵੀਂ ਹੈ, ਜਿਸ ਚੋਟੀ ਤੇ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੇਮਕੁੰਟ ਦੀ ਉਸ ਚੋਟੀ ਤੇ ਭਗਤੀ ਕੀਤੀ ਖੜੇ ਹੋ ਕੇ। ਮਹਾਰਾਜ ਦੱਸਦੇ ਨੇ ਉਸ ਚੋਟੀਆਂ ਹੈ ਕਿੱਥੇ। ਪੁੰਡ ਰਾਜ ਜਿਹੇ ਜੋਗ ਕਮਾਵਾ, ਜਿੱਥੇ ਪਾਂਡਵਾਂ ਨੇ ਰਾਜ ਜੋਗ ਦੀ ਸਾਧਨਾ ਕੀਤੀ ਸੀ, ਪਰ ਇੰਨੇ ਵਰਸ਼ ਉਹਨਾਂ ਤੋਂ ਹੋਈ ਨਹੀਂ, ਪਰ ਕੀਤੀ ਸੀ। ਉਹਨਾਂ ਦਾ ਛੋਟਾ ਮੋਟਾ ਉੱਥੇ ਸਥਾਨ ਹੈ। ਤਹਿ ਹਮ ਅਦਕ ਤਪੱਸਿਆ ਸਾਦੀ, ਆਹਾ। ਫਿਰ ਉੱਥੇ ਮੇਰੇ ਪਾਤਸ਼ਾਹ ਕਹਿੰਦੇ ਮੈਂ ਅਦਕ ਇੰਨੀ ਤਕੜੀ ਤਪੱਸਿਆ ਕੀਤੀ, ਬਹੁਤ ਜ਼ਿਆਦਾ ਤਪੱਸਿਆ ਕੀਤੀ ਉਸ ਥਾਂ ਤੇ। ਅਸੀਂ ਬਹੁਤ ਅਦਕ ਤਪੱਸਿਆ ਕੀਤੀ। ਗੁਰੂ ਗੋਬਿੰਦ ਸਿੰਘ ਜੀ in his previous life known as ਦੁਸ਼ਟ ਦਮਨ meditated in Hemkund Sahib between the 7 peaks. There's a one slightly little bit lower. Guru Gobind Singh Ji meditated on that peak. ਅਦਕ ਬਹੁਤ ਜ਼ਿਆਦਾ, ਬਹੁਤ ਸਮਾਂ। ਕਿੰਨਾ ਸਮਾਂ ਜੇ ਕਹਿ ਲਈਏ, ਦੁਆਪਰ, ਤ੍ਰੇਤਾ, ਅਕਾਲ ਯੁੱਗ ਦਾ ਵੀ ਅੱਧਾ ਸਮਾਂ ਨਿਕਲ ਗਿਆ। ਇੰਨੇ ਹਜ਼ਾਰਾਂ ਸਾਲ ਮੇਰੇ ਦੁਸ਼ਟ ਦਮਨ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਪੱਸਿਆ ਕੀਤੀ। ਹੋਰ ਵੀ ਤਪੱਸਵੀ ਬਹੁਤ ਨੇ, ਹੋਰ ਵੀ ਬਹੁਤ ਚੰਗੀਆਂ ਤਕੜੀਆਂ ਚੋਟੀਆਂ ਤੇ ਅੱਜ ਵੀ ਬੈਠੇ ਨੇ, ਤਪੱਸਿਆ ਕਰ ਰਹੇ ਨੇ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ। ਉਦੋਂ ਵੀ ਕਰਦੇ ਹੋਣਗੇ, ਸੀਗੇ। ਇਤਿਹਾਸ ਅਕੋਰਡਿੰਗ ਟੂ ਹਿਸਟਰੀ ਬਹੁਤ ਸੀ। ਦੁਸ਼ਟ ਦਮਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਾਲ ਹੀ ਬਹੁਤ ਸਾਰੇ ਸੀਗੇ, ਪਰ ਇੰਨੀ ਉਚਾਈ ਤੇ ਕੋਈ ਨਹੀਂ ਸੀ ਜਾ ਸਕਦਾ। ਥੱਲੇ ਪਹਾੜੀਆਂ ਤੇ ਆਲੇ ਦੁਆਲੇ ਉਹ ਆਪਣੀ ਤਪੱਸਿਆ ਕਰਦੇ ਸੀ, ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚੇਲੇ ਮੰਨੇ ਜਾਂਦੇ ਨੇ, ਸ਼ਿਸ਼ ਮੰਨੇ ਜਾਂਦੇ ਨੇ, ਪਿਆਰ ਵਾਲੇ ਮੰਨੇ ਜਾਂਦੇ ਨੇ, ਐਨ ਭਗਤੀ ਅਕਾਲ ਪੁਰਖ ਦੇ ਚਰਨਾਂ 'ਚ। ਤੇ ਗੁਰੂ ਗੋਬਿੰਦ ਸਿੰਘ ਜੀ ਦਾ ਇੰਨਾ ਸਤਿਕਾਰ ਕਰਦੇ ਸੀ, ਜਿੱਥੇ ਮਹਾਰਾਜ ਨੇ ਬਚਨ ਕਰਤਾ ਇੱਥੇ ਸਾਧ ਜੀ ਬੈਠ ਕੇ ਤਪੱਸਿਆ ਕਰੋ ਅਕਾਲ ਪੁਰਖ ਦੇ ਚਰਨਾਂ 'ਚ, ਹਟਦੇ ਨਹੀਂ ਸੀ, ਚਾਹੇ ਜੁਗਾਂ ਦੇ ਜੁਗ ਲੰਘ ਜਾਣ। ਤਹਿ ਹਮ ਅਦਕ ਤਪੱਸਿਆ ਸਾਦੀ, ਮਹਾਕਾਲ ਕਾਲ ਕਾ ਅਰਾਦੀ। There's a lot of controversial about this Kalaka, who Kalaka is. This Kalaka is not the Kalaka, the Kali Ma, the Hindu brothers and sisters worship. This Akal, Mahakal, Mahakal ਹੈ ਜਿਹੜਾ ਕਾਲ ਨੂੰ ਵੀ ਕਾਲ ਕਰਨ ਵਾਲਾ, ਜਿਹੜਾ ਕਲਯੁਗ ਦਾ ਵੀ ਨਾਸ਼ ਕਰ ਸਕਦਾ, ਕੁਝ ਵੀ ਕਰ ਸਕਦਾ। above all, ਮਹਾਕਾਲ। ਇਹ ਜ਼ਿਆਦਾ ਨਾ ਸ਼ਬਦ ਗੁਰਬਾਣੀ ਦੇ ਦਲਾਂ ਪੰਥਾਂ ਦੇ ਵਿੱਚ ਮਸ਼ਹੂਰ ਨੇ। They're very famously known in ਦਲ ਪੰਥ, ਸਪੈਸ਼ਲੀ ਨਿਹੰਗ ਸਿੰਘਾਂ ਦੇ ਜਿੰਨੇ ਵੀ ਦਲ ਪੰਥ ਨੇ। ਕੋਈ ਚੰਗਾ ਤਕੜਾ ਬਜ਼ੁਰਗ ਹੋਵੇ ਉਹਨੂੰ ਮਹਾਕਾਲ ਕਹਿੰਦੇ ਨੇ, ਫਰਲੇ ਵਾਲੇ ਨੂੰ, ਕਿਉਂਕਿ ਤਪੱਸਿਆ ਭਗਤੀ। ਮਹਾਕਾਲ ਕਾਲ ਕਾ ਅਰਾਧੀ, ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਰਾਧਨਾ ਕੀਤੀ। ਮਹਾਕਾਲ ਵਾਹਿਗੁਰੂ ਆ, ਉਹਦੀ ਤਪੱਸਿਆ ਕੀਤੀ।
ਕਿਸੇ ਕਾਲੀ ਦੀ ਤਪੱਸਿਆ ਨਹੀਂ ਕੀਤੀ। ਗੁਰੂ ਗੋਬਿੰਦ ਸਿੰਘ ਜੀ ਤਾਂ ਆਪਣੇ ਚੌਪਈ ਸਾਹਿਬ ਜੀ ਦੀ ਬਾਣੀ ਜਿਹੜੇ ਸਾਰੇ ਪੜ੍ਹਦੇ ਨੇ, ਬੇਸ਼ੱਕ ਉਹ ਛੋਟੀ ਕਰਕੇ ਪੜ੍ਹ ਲੈਣ ਚਾਹੇ ਵੱਡੀ ਕਰਕੇ ਪੜ੍ਹ ਲੈਣ, ਉਹ ਵੀ ਮੱਧ ਭੇਦ ਹੈਗੇ ਨੇ, ਪਰ ਫਿਲਹਾਲ ਮਹਾਰਾਜ ਸਿੱਧਾ ਕਹਿੰਦੇ ਨੇ ਕਿਸ਼ਨ ਬਿਸ਼ਨ ਕਬਹੂ ਨਾ ਧਿਆਉ। ਸਾਡਾ ਅਕਾਲ ਪੁਰਖ ਦੇ ਨਾਲ ਨਾਤਾ ਭਾਈ ਜੀ, ਸਮਝਿਆ ਕਰੋ ਗੱਲ ਨੂੰ। ਇਹ ਬਿਦ ਕਰਤ ਤਪੱਸਿਆ ਭਇਓ, ਦਵੈਤੇ ਏਕ ਰੂਪ ਹਵੈ ਗਇਓ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਨੇ ਅਸੀਂ ਤਪੱਸਿਆ ਕਰਦਿਆਂ ਨੇ ਇੰਨੀ ਤਪੱਸਿਆ ਕੀਤੀ ਕਿ ਅਕਾਲ ਪੁਰਖ ਦੇ ਨਾਲ ਇੱਕ ਮਿਕ ਹੋ ਗਏ। ਦਵੈਤੇ ਏਕ ਰੂਪ ਹਵੈ ਗਇਓ, ਦਵੈ ਤੋਂ ਅਦਵੈਤ ਰੂਪ ਹੋ ਗਏ। ਜਿਹੜਾ ਦੋ ਤੋਂ ਇੱਕ ਹੋ ਜਾਏ। ਹੁਣ ਪਿਆਰਿਓ, ਸੋਚਣ ਸਮਝਣ ਵਾਲੀ ਗੱਲ ਇਹ ਹੈ, ਸਿਆਣੇ ਕਹਿੰਦੇ ਨੇ, ਤੁਸੀਂ ਆਪ ਜਾਣਦੇ ਨੇ ਕਿ ਪਿਓ ਪੁੱਤ ਵਿੱਚ ਕੋਈ ਖਾਸ ਫਰਕ ਨਹੀਂ ਹੁੰਦਾ। ਅਸੀਂ ਵੀ ਬੜੀਆਂ ਇਹ ਸੁਣੀਆਂ ਨੇ ਗੱਲਾਂ ਬਾਤਾਂ। ਤੇ ਜੇ ਅਕਾਲ ਪੁਰਖ ਮਹਾਰਾਜ ਸੱਚੇ ਪਾਤਸ਼ਾਹ ਨੇ ਦੁਸ਼ਟ ਦਮਨ ਦੇ ਨਾਲ ਇੱਕ ਮਿਕ ਹੋ ਗਏ, ਤੇ ਅਕਾਲ ਪੁਰਖ ਦੇ ਵਿੱਚ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਵਿੱਚ ਕੀ ਫਰਕ ਰਹਿ ਗਿਆ? ਦੋ ਤੋਂ ਇੱਕ ਹੋ ਗਏ ਨੇ। ਕਿੱਡੀ ਵੱਡੀ ਪਾਵਰ ਹੋ ਗਈ, ਕਿੱਡੀ ਵੱਡੀ ਸ਼ਕਤੀ ਹੋ ਗਈ। ਤਪੱਸਿਆ ਨੂੰ ਫਲ ਲੱਗਣ ਵਾਲਾ ਹੈ। ਤਾਤ ਮਾਤ ਮੁਰ ਅਲਖ ਅਰਾਦਾ। ਆਈ ਹੁਣ ਧਰਤੀ ਦੀ ਗੱਲ, ਜਿੱਥੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤਾਂ ਨੂੰ ਥਾਂ ਥਾਂ ਦੂਰ ਦੁਰੇਡੇ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਤਾਰਦੇ ਨੇ। ਮਾਤਾ ਗੁਜਰ ਕੌਰ ਜੀ, ਧੰਨ ਮਾਤਾ ਗੁਜਰੀ ਜੀ, ਧੰਨ ਮਾਤਾ ਗੁਜਰੀ ਜੀ, ਧੰਨ ਮਾਤਾ ਗੁਜਰੀ ਜੀ, ਨਾਲ ਨਾਲ ਰਹੇ ਨੇ ਪਾਤਸ਼ਾਹ ਜੀ ਦੇ। ਜਿੰਨੀ ਤਪੱਸਿਆ ਮੇਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤੀ, ਇੱਕ ਘੜੀ, ਇੱਕ ਨਿਮਕ, ਇੱਕ ਸੈਕਿੰਡ ਘੱਟ ਮੇਰੀ ਮਾਤਾ ਜੀ, ਮਾਤਾ ਗੁਜਰੀ ਜੀ ਨੇ ਵੀ ਨਹੀਂ ਪਿੱਛਾ ਛੱਡਿਆ। ਪੂਰੀ ਸਾਧਨਾ ਨਾਲ ਹੀ ਰਹੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੁਣ ਦੱਸ ਰਹੇ ਨੇ, ਤਾਤ ਮਾਤ ਮੁਰ ਅਲਖ ਅਰਾਧਾ। ਮੇਰੇ ਮਾਤਾ ਪਿਤਾ ਜੀ ਨੇ ਪਰਮਾਤਮਾ ਦੀ ਆਰਾਧਨਾ ਕੀਤੀ। My mom and dad worshipped for 26 years, perhaps even more, to have me as their son. ਬਹੁਤ ਵੱਡੀ ਗੱਲ ਹੈ ਪਿਆਰਿਓ। ਅਸੀਂ ਵੀ ਵੇਖਦੇ ਹਾਂ ਸਾਡੀਆਂ ਮਾਈਆਂ ਭੈਣਾਂ ਗੁਰੂ ਘਰਾਂ ਜਾਂਦਿਆਂ ਨੇ। ਗੁਰੂ ਘਰਾਂ 'ਚ ਜਾਇਆ ਕਰੋ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਉੱਥੇ ਹੀ ਜਾਇਆ ਕਰੋ, ਉੱਥੇ ਹੀ ਅਰਦਾਸ ਕਰਾਇਆ ਕਰੋ। ਜਿਹੜੇ ਇੱਧਰ ਉੱਧਰ ਡੇਰਿਆਂ ਵਡੇਰਿਆਂ ਜਾ ਕੇ ਅਸੀਂ ਬੱਚੇ ਦੀ ਭਾਲ ਕਰਦੇ ਹਾਂ ਕਿ ਸਾਡੇ ਪੁੱਤ ਹੋ ਜਾਏ, ਉਹ ਠੀਕ ਨਹੀਂ। ਕਿਉਂਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਉਸ ਤੋਂ ਵੱਡਾ ਕੋਈ ਨਹੀਂ। ਗੁਰੂ ਘਰੇ ਜਾਇਆ ਕਰੋ। ਬਹੁਵਿਧ ਯੋਗ ਸਾਧਨਾ ਸਾਦਾ, ਅਤੇ ਬਹੁਤ ਤਰ੍ਹਾਂ ਦੀ ਯੋਗ ਸਾਧਨਾ ਕੀਤੀ, ਤਪੱਸਿਆ ਕੀਤੀ, ਮੈਡੀਟੇਸ਼ਨ ਕੀਤੀ, ਸਾਧਨਾ ਕੀਤੀ। ਡਿਫਰੈਂਟ ਵੇਜ਼ ਆਫ ਮੈਡੀਟੇਟਿੰਗ। ਪੁੰਨ ਦਾਨ ਕਰਨਾ, ਤਪੱਸਿਆ ਕਰਨੀ, ਬੰਦਗੀ ਕਰਨੀ, ਕਿਸੇ ਦੀ ਲੁੱਕ ਆਫਟਰ ਕਰਨੀ, ਫਿਰ ਕੰਮ ਤੇ ਜਾਣਾ। ਫੋਰ ਐਗਜ਼ਾਮਪਲ, ਇਹ ਛੋਟੇ ਮੋਟੇ ਕੰਮ ਤੇ ਨਹੀਂ ਨਾ ਹੁੰਦੇ, ਪਰ ਸਿਆਣੇ ਕਹਿੰਦੇ ਨੇ ਸਭ ਤੋਂ ਔਖਾ ਹੈ ਸਾਧਨਾ, ਮਹਾਰਾਜ ਜੀ ਦੀ ਬੰਦਗੀ ਕਰਨੀ। ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਪਏ ਪ੍ਰਸੰਨ ਗੁਰਦੇਵਾ। ਉਸ ਪ੍ਰਭੂ ਨੇ ਜਦੋਂ ਮੈਨੂੰ ਆਗਿਆ ਦਿੱਤੀ। ਹੁਣ ਇੱਥੇ ਥੋੜਾ ਕੁ ਆਪਾਂ ਰੁਕੀਏ। ਹੇਮਕੁੰਟ ਸਾਹਿਬ ਦੀ ਉਸ ਪਰਬਤੀ ਬਰਫੀਲੀ ਪਹਾੜੀਆਂ ਦੇ ਵਿੱਚ ਮੇਰੇ ਪਾਤਸ਼ਾਹ ਜੀ ਕਿੰਨੇ ਯੁੱਗ ਹੋ ਗਏ, ਕਿੰਨੇ 100,000 of years have passed, he is meditating। ਮਹਾਰਾਜ ਜੀ ਐਨ ਸ਼ਾਂਤਮਈ ਅਕਾਲ ਪੁਰਖ ਦੀ ਬੰਦਗੀ ਕਰ ਰਹੇ ਨੇ। ਕੁਝ ਖਾਣ ਪੀਣ ਦਾ ਤੇ ਗੱਲ ਹੀ ਛੱਡ ਦਿਓ ਨਾ। ਜਦੋਂ ਬੰਦਾ ਸਾਧਨਾ ਕਰਦਾ ਉਦੋਂ ਇਹ ਨਹੀਂ ਕਿ ਮੈਂ ਸਵੇਰ ਨੂੰ ਇੱਧਰ ਤੇ ਸ਼ਾਮ ਨੂੰ ਉੱਧਰ ਤੇ ਵਿੱਚ ਵਿਚਾਲੇ ਭਗਤੀ। ਕੰਟੀਨਿਊਸਲੀ ਦੁਸ਼ਟ ਦਮਨ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬੰਦਗੀ ਕੀਤੀ, ਭਗਤੀ ਕੀਤੀ ਕੰਟੀਨਿਊਸਲੀ। ਨਾੜੀਆਂ ਵੀ ਦਿਸਦੀਆਂ ਸਨ, ਹੱਡੀਆਂ ਵੀ ਦਿਸਦੀਆਂ ਸਨ, ਪਰ ਇਕਾਂਤ ਸ਼ਾਂਤ ਉਸ ਅਕਾਲ ਪੁਰਖ ਦੀ ਬੰਦਗੀ ਕਰ ਰਹੇ ਸੀ ਮਹਾਰਾਜ। ਤੇ ਮਹਾਰਾਜ ਜੀ ਨੇ ਆਪਣੇ ਖਾਸ ਬੰਦੇ ਭੇਜੇ ਕਿ ਜਾ ਕੇ ਬਿਵਾਨ ਦੇ ਵਿੱਚ
ਕਿ ਹੇਮਕੁੰਟ ਦੀ ਉਸ ਪਰਬਤ ਤੇ ਦੁਸ਼ਟ ਦਮਨ ਜੀ ਤਪੱਸਿਆ ਕਰ ਰਹੇ ਨੇ, ਉਹਨਾਂ ਨੂੰ ਤਪੱਸਿਆ ਤੋਂ ਸ਼ਾਂਤ ਕਰਕੇ ਉਹਨਾਂ ਨੂੰ ਹੁਕਮ ਕਰੋ ਕਿ ਪਰਮੇਸ਼ਰ ਅਕਾਲ ਪੁਰਖ ਜੀ ਉਹਨਾਂ ਨੂੰ ਸੱਦਾ ਭੇਜ ਰਹੇ ਨੇ। ਤੇ ਉਸ ਵਕਤ ਜਦੋਂ ਇਹ ਆਏ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਤਪੱਸਿਆ ਤੋਂ ਇਹਨਾਂ ਨੇ ਮਾਲਿਸ਼ ਕਰਕੇ ਸਰੀਰ ਨੂੰ ਇਕਾਂਤ ਕੀਤਾ, ਠੀਕ ਠਾਕ ਕਰ ਦਿੱਤਾ। ਸੁਰਤ ਵਿੱਚ ਆਏ ਮੇਰੇ ਮਹਾਰਾਜ, ਤੇ ਉਹਨਾਂ ਨੇ ਹੁਕਮ ਸੁਣਾਇਆ ਕਿ ਅਕਾਲ ਪੁਰਖ ਜੀ ਨੇ ਆਪ ਜੀ ਨੂੰ ਬੁਲਾਇਆ ਹੈ। ਤੇ ਮੇਰੇ ਪਾਤਸ਼ਾਹ ਜੀ ਦੇ ਸਰੀਰ 'ਚ ਜੋ ਹੱਡੀਆਂ ਸੀ, ਜੋ ਇੱਕ ਮੁੱਠ ਜਿਹੀ ਲੱਗਦੇ ਸਨ, ਉਹ ਭਰਨਾ ਸ਼ੁਰੂ ਹੋ ਗਿਆ। ਇੱਕਦਮ ਹੀ ਹੌਸਲਾ ਇੰਨੀ ਖੁਸ਼ੀ ਹੋ ਗਈ ਕਿ ਉਹਨਾਂ ਦਾ ਸਰੀਰ ਹੌਲੇ ਹੌਲੇ ਹਰਕਤ ਵਿੱਚ ਆਉਣ ਲੱਗਾ। ਫਿਰ ਉਹਨਾਂ ਨੇ ਉਸ ਭਗਵਾਨ ਦੀ ਪਰਿਕਰਮਾ ਕੀਤੀ। ਇੱਕ ਜ਼ਿਕਰਯੋਗ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਦੋਂ ਵੀ ਘੋੜੇ ਤੇ ਚੜ੍ਹਦੇ ਸੀ ਨਾ ਆਪਣੇ ਤੇ, ਉਸ ਘੋੜੇ ਦੀ ਪਰਿਕਰਮਾ ਕਰਦੇ ਸੀ। ਸਤਿਕਾਰ ਹੈ, ਗੁਰੂ ਨਾਨਕ ਦੇ ਦਰ ਦੇ ਵਿੱਚ ਕੁੱਤਿਆਂ ਦਾ ਵੀ ਸਤਿਕਾਰ ਕੀਤਾ ਜਾਂਦਾ ਹੈ, ਜੇ ਸਹੀ ਮੈਨਾਂ ਨਾਲ ਸਮਝੀਏ ਗੱਲ ਨੂੰ। ਸੋ ਦੁਸ਼ਟ ਦਮਨ ਜੀ ਨੇ ਪਰਿਕਰਮਾ ਕੀਤੀ, ਦੀਵਾਨ ਤੇ ਬੈਠੇ, ਮਹਾਰਾਜ ਜੀ ਅਕਾਲ ਪੁਰਖ ਦੇ ਨਾਲ ਗਏ। ਤੇ ਉਸ ਵਕਤ ਦਾ ਇਹ ਸੀਨ ਹੈ ਜੋ ਮਹਾਰਾਜ ਕਹਿ ਰਹੇ ਨੇ, ਤਾਂ ਤੇ ਪੈ ਪ੍ਰਸੰਨ ਗੁਰਦੇਵਾ ਤਿੰਨ ਪ੍ਰਭ ਜਬ ਆਇਸ ਮੋਹਿਦੀਆ। ਫਿਰ ਉਸ ਪ੍ਰਭੂ ਨੇ ਜਦੋਂ ਮੈਨੂੰ ਆਗਿਆ ਦਿੱਤੀ, ਫਿਰ ਉੱਥੇ ਬਚਨ ਹੁੰਦੇ ਨੇ। ਸਮਾਂ ਸੀਮਤ ਹੈ, ਮੈਂ ਟੂ ਦਾ ਪੁਆਇੰਟ ਜਲਦੀ ਕਥਾ ਆਪ ਜੀ ਨੂੰ ਸੁਣਾ ਦਿਆਂ ਤਾਂ ਕਿ ਸਾਨੂੰ ਇਸ ਮਹੱਤਵ ਦਾ ਸਮਝ ਆ ਜਾਏ ਕਿ ਸਾਡੇ ਸਿੱਖ ਧਰਮ 'ਚ ਕਿੱਡੀ ਵੱਡੀ ਸ਼ਕਤੀ ਆ, ਜੇ ਅਸੀਂ ਮੰਨਣ ਲੱਗ ਪਈਏ। ਇੱਧਰ ਉੱਧਰ ਜਾਣ ਦੀ ਲੋੜ ਹੀ ਨਹੀਂ ਪੈਣੀ ਕਿਸੇ ਚੀਜ਼ ਨੂੰ ਲੈ ਕਰਕੇ। ਫਿਰ ਮਹਾਰਾਜ ਬਚਨ ਜਦੋਂ ਹੋਏ, ਮਹਾਰਾਜ ਜੀ ਨੇ ਕਿਹਾ ਵੀ ਤੁਸੀਂ ਸਾਡੇ ਬਹੁਤ ਪਿਆਰੇ ਸਤਿਕਾਰਯੋਗ, ਸਾਡੇ ਹੀ ਸਰੂਪ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮਾਤਾ ਗੁਜਰੀ ਜੀ, ਉਹਨਾਂ ਨੂੰ ਇੱਕ ਬੱਚੇ ਦੀ ਲੋੜ ਹੈ ਜੋ ਸਾਡੇ ਵਰਗਾ ਹੋਵੇ, ਤੇ ਅਸੀਂ ਆਪਣੇ ਵਰਗਾ ਤੁਹਾਨੂੰ ਹੀ ਸਮਝਿਆ ਹੈ। ਇਸ ਕਰਕੇ ਅਸੀਂ ਆਪ ਜੀ ਨੂੰ ਆਗਿਆ ਦਿੰਦੇ ਹਾਂ ਕਿ ਆਪ ਜੀ ਜਾ ਕੇ ਮਾਤਾ ਗੁਜਰੀ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗ੍ਰਹਿ ਵਿਖੇ ਜਨਮ ਲਓ। ਜੋ ਇਨਸਾਨ ਸਾਡੇ ਵਰਗਾ ਕਿਤੇ ਬਾਹਰ ਘੁੰਮਣ ਫਿਰਨ ਗਿਆ ਹੋਵੇ ਕਿਸੇ ਹੋਰ ਕੰਟਰੀ 'ਚ, ਆਪਣੀ ਕੰਟਰੀ ਛੱਡ ਕੇ, ਤੇ ਮੁੜ ਕੇ ਜਾਣ ਨੂੰ ਜੀ ਨਹੀਂ ਕਰਦਾ ਹੁੰਦਾ। ਚਲੋ ਹੌਲੀਡੇ ਛੱਡੋ, ਅਸੀਂ ਕੰਮ ਤੋਂ 4 ਛੁੱਟੀਆਂ ਲੈ ਲਈਏ, ਮੁੜ ਕੇ ਕੰਮ ਤੇ ਜਾਣ ਨੂੰ ਜੀ ਨਹੀਂ ਕਰਦਾ ਹੁੰਦਾ। ਹੁਣ ਕਲਗੀਧਰ ਦਸ਼ਮੇਸ਼ ਪਿਤਾ ਜੀ ਇੰਨੇ ਵਰਸ਼, ਇੰਨੀਆਂ ਸਦੀਆਂ ਲੰਘ ਗਈਆਂ ਮਹਾਰਾਜ ਜੀ ਦੀ ਬੰਦਗੀ ਦੇ ਵਿੱਚ, ਕਿੱਥੋਂ ਜੀ ਕਰਨਾ ਸੀ ਉਹਨਾਂ ਦਾ ਜਾਣ ਨੂੰ। ਮਹਾਰਾਜ ਜੀ ਨਹੀਂ ਸੀ ਮੰਨ ਰਹੇ। ਮਹਾਰਾਜ ਜੀ ਕਹਿੰਦੇ ਨਹੀਂ ਪਾਤਸ਼ਾਹ ਜੀ, ਬੇਨਤੀ ਹੈ ਮੈਨੂੰ ਇੱਥੇ ਰਹਿਣ ਦਿਓ, ਮੈਂ ਆਨੰਦ 'ਚ ਹਾਂ, ਆਨੰਦ ਖੇੜਾ, ਆਰਾਮ ਨਾਲ ਆਪ ਜੀ ਦੀ ਬੰਦਗੀ ਕਰ ਰਹੇ ਹਾਂ। ਮਹਾਰਾਜ ਅਕਾਲ ਪੁਰਖ ਨੇ ਬਹੁਤ ਪਿਆਰ ਨਾਲ ਸਮਝਾਇਆ ਪੁੱਤਰਾਂ ਦੀ ਤਰ੍ਹਾਂ ਕਿ ਅਸੀਂ ਤੁਹਾਡਾ ਪੂਰਾ ਸਾਥ ਦਿਆਂਗੇ, ਤੁਹਾਨੂੰ ਹਰ ਇੱਕ ਚੀਜ਼ ਦਿਆਂਗੇ, ਹਰ ਇੱਕ ਤਾਕਤ ਦਿਆਂਗੇ, ਹਰ ਇੱਕ, ਤੁਸੀਂ ਕੁਛ ਵੀ ਲੈ ਲਓ ਸਾਡੇ ਤੋਂ, ਪਰ ਕੁਝ ਇਹੋ ਜਿਹੇ ਕਾਰਜ ਨੇ ਉਸ ਦੁਨੀਆ ਤੇ ਜਿਹੜੇ ਤੁਸੀਂ ਹੀ ਕਰ ਸਕਦੇ ਹੋ, ਹੋਰ ਕੋਈ ਨਹੀਂ ਕਰ ਸਕਦਾ। ਖਾਸ ਕਰਕੇ ਜਿਸ ਤਰ੍ਹਾਂ ਦਾ ਮਾਹੌਲ ਹਿੰਦੁਸਤਾਨ ਦੀ ਧਰਤੀ ਤੇ ਬਣ ਚੁੱਕਾ ਹੈ, ਉਸ ਮਾਹੌਲ ਨੂੰ ਠੀਕ ਕਰਨ ਵਾਸਤੇ ਆਪ ਜੀ ਵਰਗਾ ਯੋਧਾ, ਸੰਤ, ਸਿਪਾਹੀ, ਮਰਦ, ਅਗੰਮੜਾ, ਉਹੀ ਜਾ ਕੇ ਸਾਰਾ ਕੁਝ ਠੀਕ ਕਰ ਸਕਦਾ ਹੈ। ਸਾਡੀ ਜੋ ਦੁਨੀਆ ਹੈ ਬੜੀ ਪਰੇਸ਼ਾਨ ਹੈ। ਕੋਈ ਕਿਸੇ ਰੂਪ ਵਿੱਚ ਸਾਡੇ ਲਈ ਸਾਨੂੰ ਯਾਦ ਕਰ ਰਹੀ ਹੈ, ਕੋਈ ਕਿਸੇ ਰੂਪ 'ਚ, ਮਤਲਬ ਕੋਈ ਮੁਸਲਮਾਨ ਹੋਇਆ, ਕੋਈ ਹਿੰਦੂ ਹੋਇਆ, ਦੁਖੀ ਸਾਰੇ ਹੀ ਸੀਗੇ। ਹਿੰਦੂ ਖਾਸ ਕਰਕੇ ਬਹੁਤ ਜ਼ਿਆਦਾ ਸੀ, ਕਿਉਂਕਿ ਔਰੰਗਜ਼ੇਬ ਨੇ ਪਾਪ ਹੀ ਇੰਨੇ ਕਰਨੇ ਸ਼ੁਰੂ ਕਰ ਦਿੱਤੇ ਸੀ। ਮਹਾਰਾਜ ਕਹਿੰਦੇ ਮਹਾਰਾਜ ਜਾਵਾਂਗੇ ਅਗਰ ਆਪ ਜੀ ਕਿਰਪਾ ਕਰੋ। ਫਿਰ ਮਹਾਰਾਜ ਕਹਿੰਦੇ ਤਬ ਹਮ ਜਨਮ ਕਲੂ ਮਹਿਲੀਆ। ਫਿਰ ਅੱਜ ਦੇ ਦਿਨ ਮੇਰੇ ਪਾਤਸ਼ਾਹ ਜੀ ਨੇ ਇਸ ਕਲਯੁਗ ਦੇ ਵਿੱਚ ਜਨਮ ਲਿਆ। ਚਿਤ ਨ ਪਇਓ ਹਮਰੋ ਆਵਨ ਕਹਿ, ਚੁਬੀ ਰਹੀ ਸੁਤ ਪ੍ਰਭ ਚਰਨਨ ਮਹਿ। ਮਹਾਰਾਜ ਕਹਿੰਦੇ ਮੇਰਾ ਚਿੱਤ ਨਹੀਂ ਸੀ ਕਰਦਾ ਆਉਣ ਨੂੰ, ਨਹੀਂ ਸੀ ਕਰਦਾ। ਮੇਰੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਸੁਰਤੀ ਬਿਰਤੀ ਟਿਕੀ ਹੋਈ ਸੀ।
पर ज्यों त्यों प्रभ हमको समझायो। जिवें किवें प्रभु ने सानू समझाया ना, इम कह के ਇਹ ਲੋਕ ਪਠਾਇਓ। ਅਤੇ ਇਸ ਤਰ੍ਹਾਂ ਕਹਿ ਕੇ ਇਸ ਲੋਕ ਵਿੱਚ ਭੇਜ ਦਿੱਤਾ ਕਿ ਤੁਹਾਨੂੰ ਕੋਈ ਤੰਗੀ ਤਕਲੀਫ ਨਹੀਂ ਹੋਏਗੀ, ਪਰ ਖਾਲਸਾ ਪ੍ਰਗਟ ਕਰਨਾ ਹੈ। ਇਹੋ ਜਿਹਾ ਖਾਲਸਾ ਪ੍ਰਗਟ ਕਰਨਾ ਹੈ ਕਿ ਜਿਹੜਾ ਸਦੀਵ ਹੀ ਰਹੇ। ਖਾਲਸਾ ਅਕਾਲ ਪੁਰਖ ਕੀ ਫੌਜ। ਅਕਾਲ ਕੀ ਆ ਜੀ? ਅਕਾਲ ਵਾਹਿਗੁਰੂ ਆ, ਟਾਈਮਲੈਸ ਆ, ਤੇ ਅਸੀਂ ਉਹਦੀ ਟਾਈਮਲੈਸ ਫੌਜ ਆ। ਪ੍ਰਗਟਿਓ ਖਾਲਸਾ ਪਰਮਾਤਮ ਕੋ ਮੌਜ। ਉਹ ਪਰਮਾਤਮਾ ਦੀ ਮੌਜ ਆ। ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਵਿੱਚ ਵੜ ਕੇ ਲਾ ਲਓ, ਇੱਕ ਮਿਕ ਹੋ ਕੇ ਦਵੈ ਤੇ ਏਕ ਰੂਪ ਹੋਏ ਗਇਓ। ਖਾਲਸਾ ਸਾਜ ਦਿੱਤਾ। ਪ੍ਰਗਟਿਓ ਖਾਲਸਾ ਪਰਮਾਤਮ ਕੋ ਮੌਜ। ਪਰਮਾਤਮਾ ਦੀ ਮੌਜ ਕਰਕੇ ਖਾਲਸਾ ਪ੍ਰਗਟ ਹੋਇਆ। ਪ੍ਰਗਟ ਜਿਹੜੀ ਚੀਜ਼ ਹੋ ਜਾਂਦੀ ਹੈ ਨਾ, ਉਹ ਫਿਰ ਮਰਦੀ ਨਹੀਂ। ਅਸੀਂ ਜ਼ਰੂਰ ਮਰਾਂਗੇ, ਪਰ ਖਾਲਸਾ ਇਹ ਜਿਹੜੀ ਇੱਕ ਵੱਖਰੀ ਜਨਰੇਸ਼ਨ ਕਰ ਲਈਏ ਆਪਾਂ, ਖਾਲਸੇ ਦੀ ਇਹ ਨਹੀਂ ਕਦੇ ਮੁੱਕਣੀ। ਖਾਲਸਾ is ਅਕਾਲ ਪੁਰਖ's army, ਵਾਹਿਗੁਰੂ's army, and his army will only do justice for everyone in the world, regardless of their background and faith and color or country or where they're from. And today in the world, we are looking around on social media, the things Khalsa is doing is exactly that. Helping, supporting other communities as well as representing their community, our own community accordingly. ਪਿਆਰਿਓ, ਅੱਜ ਦੇ ਦਿਨ ਮੇਰੇ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਜਨਮ ਲਿਆ। ਅਥ ਕਬ ਜਨਮ ਕਥਨੰ ਚੌਪਈ, ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ। ਮਹਾਰਾਜ ਜੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅਗਾਹਾਂ ਬਾਣੀ ਦੇ ਵਿੱਚ ਕਿ ਮੇਰੇ ਪਿਤਾ ਜੀ ਭਾਵ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਪੂਰਬ ਵੱਲ ਜਾਣਾ ਕੀਤਾ ਅਤੇ ਭਿੰਨ ਭਿੰਨ ਤੀਰਥਾਂ ਉੱਤੇ ਇਸ਼ਨਾਨ ਕੀਤਾ। ਸਾਨੂੰ ਇਹ ਵੀ ਪ੍ਰੋਬਲਮ ਕਈਆਂ ਨੂੰ ਪੈਂਦੀ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦੂਆਂ ਦੇ ਤੀਰਥਾਂ ਤੇ ਉਹਨਾਂ ਦਾ ਜਾਣ ਦਾ ਕੀ ਮਤਲਬ, ਉੱਥੇ ਕੀ? ਪਿਆਰਿਓ, ਆ ਦਿਮਾਗ ਦਿੱਤਾ ਰੱਬ ਨੇ, ਥੋੜਾ ਜਿਹਾ ਹੱਥ ਮਾਰ ਕੇ ਸੋਚ ਲਿਆ ਕਰੋ ਕਿ ਹੁਣ ਤਾਂ ਤੁਸੀਂ ਸ਼ਾਵਰਾਂ 'ਚ ਨਹਾ ਲੈਂਦੇ ਆ, ਬਾਥ ਬੜੇ ਬੜੇ ਬਣਾਏ ਆ, ਉਦੋਂ ਹੈ ਕੀ ਸੀ? ਸਾਧੂ ਜਨ ਸਾਰੇ ਨਦੀਆਂ ਤੇ ਹੀ ਇਸ਼ਨਾਨ ਕਰਦੇ ਹੁੰਦੇ ਸਨ। ਤੇ ਜੇ ਕੋਈ ਫੇਮਸ ਨਦੀ ਤੇ ਮੇਰੇ ਪਾਤਸ਼ਾਹ ਜੀ ਨੇ ਜਾ ਕੇ ਇਸ਼ਨਾਨ ਕਰ ਲਿਆ, ਉਹਦਾ ਮਤਲਬ ਇਹ ਨਹੀਂ ਕਿ ਉਹ ਹਿੰਦੂ ਬਣ ਗਏ, ਹਿੰਦੂਆਂ ਨੂੰ ਤਾਰ ਕੇ ਆਏ ਨੇ। ਉਹਨਾਂ ਦੀ ਤਪੱਸਿਆ ਵੀ ਸਫਲਤਾ 'ਚ ਬਦਲ ਗਈ, ਕਿਉਂਕਿ ਜਿੱਥੇ ਸਤਿਗੁਰੂ, ਜਿੱਥੇ ਜਾਇਬ ਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਮੈਂ ਤੇ ਆਖਦਾ ਇਹੋ ਜਿਹਾ ਕੋਈ ਥਾਂ ਹੋਵੇ ਹੀ ਨਾ ਜਿੱਥੇ ਅਸੀਂ ਜਾ ਕੇ ਆਪਣਾ ਪ੍ਰਚਾਰ ਨਾ ਕਰੀਏ, ਕਿਉਂਕਿ ਸਾਡਾ ਧਰਮ ਦਾ ਪ੍ਰਚਾਰ ਮੁਹੱਬਤ ਦਾ ਪ੍ਰਚਾਰ ਹੈ। ਇੱਕ ਮੁਹੱਬਤ ਦਾ ਪੈਗਾਮ ਜੇ ਅਸੀਂ ਲੋਕਾਂ ਨੂੰ ਦੇਵਾਂਗੇ। ਸਾਡਾ ਧਰਮ ਤੇ ਬਹੁਤ ਮਹਾਕਾਲ ਜੀ ਦੀ ਕਿਰਪਾ ਬਹੁਤ ਆਨੰਦਮਈ। ਜਿੱਥੇ ਪਿਆਰ ਮੁਹੱਬਤ ਵਾਲਾ ਹੈ ਨਾ, ਉੱਥੇ ਛਤਰੀ ਵੀ ਆ। ਜਿੱਦਾਂ ਗੌਰਮੈਂਟ ਦੇ ਵਿੱਚ ਨਾ ਵੱਖੋ ਵੱਖਰੀਆਂ ਫੌਜਾਂ ਹੁੰਦੀਆਂ, ਸਿੱਖ ਧਰਮ 'ਚ ਵੀ ਹੈਗੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਰ ਬਾਣੀ ਜ਼ਿਕਰ ਕਰਦੇ ਨੇ, ਸੰਤ ਸਮੂਹ ਅਨੇਕ ਮਤੀ ਕੇ। ਅਸੀਂ ਫਲਾਨੇ ਜੀ ਉਦਾਸੀਆਂ ਨੂੰ ਵਿਚਾਰਿਆਂ ਨੂੰ ਉਲਟ ਪੁਲਟ ਕਹਿਣ ਲੱਗ ਪੰਨੇ ਆ, ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਦੀਆਂ ਨੂੰ ਗਲਤ ਕਹਿਣ ਲੱਗ ਪੰਨੇ ਆ। ਸਾਡੇ ਆਪਣੇ ਨਿਆਣੇ ਭਾਵੇਂ ਸਾਨੂੰ ਕੁਛ ਦੇਣ ਨਾ ਲੈਣ ਨਾ ਬੋਲਣ ਨਾ ਚੱਲਣਾ, ਅਸੀਂ ਸਤਿਗੁਰਾਂ ਦੇ ਸਪੁੱਤਰਾਂ ਤੇ ਉਂਗਲ ਚੱਕਣੀ ਕਿੰਨੀ ਸੌਖੀ ਸਮਝਦੇ ਹਾਂ। ਲੱਖ ਲਾਹਨਤ ਹੈ ਇਹੋ ਜਿਹੇ ਲੋਕਾਂ ਤੇ। ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਲੈਣਾ ਚਾਹੀਦਾ। ਅਕਾਲ ਪੁਰਖ ਦਾ ਰੂਪ ਸਤਿਗੁਰੂ ਗੁਰੂ ਨਾਨਕ ਦੇਵ ਜੀ, ਤੇ ਅਸੀਂ ਉਹਨਾਂ ਦੇ ਬੱਚਿਆਂ ਨੂੰ ਕੁਛ ਗਲਤ ਕਹੀਏ, ਉਹ ਠੀਕ ਨਹੀਂ। ਖੈਰ, ਦੂਰ ਨਾ ਚਲੀਏ। ਮਹਾਰਾਜ ਜੀ ਕਹਿੰਦੇ ਨੇ, ਅਸੀਂ ਸਾਡੇ ਪਿਤਾ ਜੀ ਭਾਂਤ ਭਾਂਤ ਦੇ ਤੀਰਥਾਂ ਤੇ ਇਸ਼ਨਾਨ ਕੀਤੇ, ਸੰਗਤਾਂ ਨੂੰ ਉਤਾਰਿਆ। ਜਬ ਹੀ ਜਾਤ ਤਰਵੈਣੀ ਭਏ, ਪੁੰਨ ਦਾਨ ਦਿਨ ਕਰਤ ਬਤਏ। ਤਿਉਂ ਉਹ ਤਰਵੈਣੀ ਪ੍ਰਯਾਗ ਉੱਥੇ ਪਹੁੰਚੇ, ਬੜੇ ਪੁੰਨਦਾਨ ਕੀਤੇ। ਉਹ ਪੁੰਨਦਾਨ ਕਰਦੇ ਸਨ ਤੇ ਤਹੀਂ ਪ੍ਰਕਾਸ਼ ਹਮਾਰਾ ਭਇਓ।
ਪਟਨਾ ਸ਼ਹਿਰ ਵਿਖੇ ਭਵ ਲਿਓ। ਫਿਰ ਸਾਡਾ ਜਨਮ ਹੋਇਆ। ਮਹਾਰਾਜ ਕਹਿੰਦੇ ਪਟਨੇ ਸ਼ਹਿਰ ਵਿੱਚ, ਉਸੇ ਸਥਾਨ ਤੇ ਜਿਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਵਰ ਦਿੱਤਾ ਸੀਗਾ ਰਾਜੇ ਨੂੰ, ਜਿਸ ਹਵੇਲੀ ਦੇ ਵਿੱਚ ਅੱਜ ਤਖਤ ਸਾਹਿਬਾਨ ਮਹਾਰਾਜ ਦਾ ਦਰਬਾਰ ਸੁਸ਼ੋਭਿਤ ਹੈ, ਪ੍ਰੈਜ਼ੈਂਟ ਹੈ। ਮਦਰ ਦੇਸ ਹਮਕੋ ਲੈ ਆਏ, ਭਾਂਤ ਭਾਂਤ ਦਈਨ ਦੁਲਰਾਏ। ਫਿਰ ਮਹਾਰਾਜ ਜੀ ਕਹਿੰਦੇ ਪੂਰਬ ਤੋਂ ਸਾਨੂੰ ਮਦਰ ਦੇਸ਼ ਕਹਿੰਦੇ ਨੇ ਪੰਜਾਬ ਨੂੰ। ਪੰਜਾਬ ਪ੍ਰੀਵੀਅਸ ਨੋਨ ਇਨ ਦ ਗੁਰੂਸ ਟਾਈਮ ਵਾਸ ਨੋਨ ਐਜ਼ ਮਦਰ ਦੇਸ਼। ਉੱਥੇ ਲੈ ਕੇ ਜਾ ਗਿਆ ਸਾਨੂੰ ਯੰਗ ਉਮਰ ਦੇ ਵਿੱਚ। ਬੜਾ ਪਿਆਰ ਮੁਹੱਬਤ ਕੀਤਾ ਪਾਤਸ਼ਾਹ ਜੀ। ਕਦੇ ਕਿਤੇ ਚਲੇ ਜਾਣਾ ਖੇਲਣ, ਮਸਤ ਬੇਪਰਵਾਹ, ਕਿਸੇ ਦਾ ਖੌਫ ਨਹੀਂ। ਕਦੇ ਗਾਗਰਾ ਭੰਨਣੀਆਂ, ਕਦੇ ਤੀਰ ਕਮਾਨ, ਸਾਰੇ ਆਪਾਂ ਸਟੋਰੀਆਂ ਸੁਣੀਆਂ ਨੇ। ਉਹ ਵਾਹਿਗੁਰੂ ਮਹਾਰਾਜ ਦੁਸ਼ਟ ਦਮਨ ਜੀ ਵਾਪਸ ਉਸ ਹੀ ਰੂਹ ਨੂੰ ਐਨ ਤਿਆਰ ਬਰ ਤਿਆਰ ਕਰ ਰਹੇ ਨੇ ਤੇ ਆਪਣੇ ਸਾਥੀਆਂ ਨੂੰ ਤਿਆਰ ਕਰਕੇ ਫੌਜ ਤਿਆਰ ਕਰ ਰਹੇ ਨੇ। ਕੀਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਛਿੱਛਾ। ਅਨੇਕ ਤਰ੍ਹਾਂ ਨਾਲ ਮੇਰੇ ਸਰੀਰ ਦੀ ਰੱਖਿਆ ਕੀਤੀ ਗਈ ਅਤੇ ਕਈ ਤਰ੍ਹਾਂ ਦੀਆਂ ਸਿੱਖਿਆ ਦਿੱਤੀਆਂ ਗਈਆਂ। ਜਬ ਹਮ ਧਰਮ ਕਰਮ ਮੋਹ ਆਏ, ਦੇਵ ਲੋਕ ਤਬ ਪਿਤਾ ਸਦਾਏ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਜਦੋਂ ਅਸੀਂ ਥੋੜੀ ਜਿਹੀ ਸੁਰਤ ਆਪਣੀ ਸੰਭਾਲੀ, ਜਦ ਅਸੀਂ ਧਰਮ ਤੇ ਕਰਮ ਨੂੰ ਸਮਝਣ ਲੱਗੇ, ਯੋਗ ਹੋ ਗਏ, ਤਦ ਸਾਡੇ ਪਿਤਾ ਜੀ ਦੇਵਲੋਕ ਨੂੰ ਚਲੇ ਗਏ, ਭਾਵ ਸ਼ਹੀਦ ਹੋ ਗਏ। ਉਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਪ੍ਰਸੰਗ ਆਪਾਂ ਜਾਣੂ ਆ, ਆਪਾਂ ਨੂੰ ਪਤਾ ਹੈ ਕਿਸ ਤਰ੍ਹਾਂ ਉਹਨਾਂ ਦੀ ਸ਼ਹੀਦੀ ਹੋਈ। ਫਿਰ ਉਸ ਸਮੇਂ ਤੋਂ ਅਗਾਂਹ ਮੇਰੇ ਪਾਤਸ਼ਾਹ ਜੀ ਨੇ ਜੋ ਪੰਥ ਚਲਾਇਆ, ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ। ਇੱਕ ਬ੍ਰਾਹਮਣ ਆਇਆ ਸੀ ਮੇਰੇ ਪਾਤਸ਼ਾਹ ਜੀ ਦੇ ਕੋਲ, ਸਾਰੇ ਆਉਂਦੇ ਜਾਂਦੇ ਸਨ। ਉਹ ਕਹਿਣ ਲੱਗਾ ਜੀ ਤੁਸੀਂ ਇਹ ਬਾਣੀ ਵੀ ਬਣਾਤੀ, ਉਹ ਬਾਣੀ ਵੀ, ਇਹ ਵੀ ਕਰੀ ਜਾਂਦੇ, ਉਹ ਵੀ, ਤੇ ਸਾਨੂੰ ਬ੍ਰਾਹਮਣਾਂ ਨੂੰ ਤੁਸੀਂ ਕੋਈ ਸਮਝਦੇ ਨਹੀਂ। ਮਹਾਰਾਜ ਨੇ ਉੱਥੇ ਫਰਮਾਨ ਕੀਤਾ ਸੀ ਕਿ ਛਤਰੀ ਕੋ ਪੂਤ ਹੋ ਬਾਹਮਣ ਕੋ ਨਹਿ। ਇਹ ਛਤਰੀਆਂ ਦਾ ਪੰਥ ਹੈ, ਇਹ ਬ੍ਰਾਹਮਣਾਂ ਦਾ ਪੰਥ ਨਹੀਂ। ਤੁਸੀਂ ਆਪਣੀ ਦੇਵੀ ਦੇਵਤਿਆਂ ਦੀ ਪੂਜਾ ਕਰੋ। ਬ੍ਰਾਹਮਣਾਂ ਦਾ ਕੰਮ ਹੁੰਦਾ ਪੂਜਣਾ, ਪੂਜਾ ਕਰਨੀ, ਮੈਡੀਟੇਸ਼ਨ ਕਰਨਾ। ਛਤਰੀ ਸਭ ਕੁਝ ਹੀ ਕਰਦਾ। ਬੜਾ ਕਠਿਨ ਸਮਾਂ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਉੱਤੇ, ਸਪੈਸ਼ਲੀ ਵੈਨ ਹਿਜ਼ ਫਾਦਰ ਵਾਸ ਮਾਰਟਰਡ, ਦ 9th ਗੁਰੂ ਤੇਗ ਬਹਾਦਰ ਸਾਹਿਬ ਜੀ। It was difficult moments for Guru Gobind Singh Ji at that moment from the age of 9 to grow and create his own army, the army we known as Khalsa. ਮੇਰੇ ਪਾਤਸ਼ਾਹ ਜੀ ਨੇ ਐਡੇ ਵੱਡੇ ਵੱਡੇ ਕੌਤਕ ਕੀਤੇ ਨੇ, ਦੱਸ ਨਹੀਂ ਸਕਦੇ, ਸਮਾਂ ਸੀਮਤ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਜਦੋਂ ਅਸਾਮ ਵੱਲ ਗਏ ਨਾ, ਬ੍ਰਹਮਪੁੱਤਰਾ ਇੱਕ ਰਾਜੇ ਦੇ ਨਾਲ ਗਏ ਸਨ। ਰਾਜੇ ਨੂੰ, ਔਰੰਗਜ਼ੇਬ ਦਾ ਰਾਜਾ ਸੀ, ਰਾਮ ਸਿੰਘ ਕਰਕੇ ਸ਼ਾਇਦ ਨਾਂ ਸੀ ਉਹਦਾ। ਰਾਜਿਆਂ ਦੇ ਵੀ ਨਾਂ ਸਿੰਘ ਚੱਲਦੇ ਆਉਂਦੇ ਨੇ ਪਿੱਛੋਂ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਲੈ ਕੇ ਗਿਆ ਸੀ ਉੱਧਰ ਕਿ ਸਾਡੀ ਉੱਥੇ ਕੋਈ ਤਾਕਤ ਨਹੀਂ ਬਣ ਰਹੀ, ਉੱਥੇ ਜਾਦੂ ਟੂਣਾ ਬੜਾ ਹੈ। ਤੇ ਉਸ ਜਗ੍ਹਾ ਤੇ ਜਾ ਕੇ ਮੇਰੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਤੀਰ ਚਲਾਇਆ ਸੀ, ਜੋ ਦਰਖਤ ਦੇ ਵਿੱਚ ਲੰਘ ਗਿਆ ਸੀ, ਅੱਧਾ ਪਰਲੇ ਪਾਸੇ ਤੇ ਅੱਧਾ ਉਰੇ। ਜਿਹੜੀਆਂ ਉੱਧਰਲੀਆਂ ਸ਼ਕਤੀਆਂ ਸੀ ਉਹਨਾਂ ਨੂੰ ਕਹਿ ਦਿੱਤਾ ਇਹ ਤੁਹਾਡਾ ਰਾਜ, ਇੱਧਰਲੀ ਸ਼ਕਤੀ ਸਾਡੇ ਰਾਜੇ ਦਾ ਰਾਜ ਹੋਊਗਾ, ਜਿਹੜਾ ਨਾਲ ਗਿਆ ਸੀ। ਰਾਜੇ ਨੇ ਵਰ ਲਿਆ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਕਿ ਮਹਾਰਾਜ ਮੇਰੇ ਸਪੁੱਤਰ ਨਹੀਂ ਹੁੰਦਾ, ਕਿਰਪਾ ਕਰੋ। ਤੇ ਮਹਾਰਾਜ ਜੀ ਨੇ ਉਹਦੇ ਮੂੰਦੀ ਪੱਟ ਤੇ ਛੁਹਾਈ ਸੀ ਤੇ ਉਹਦੇ ਪੱਟ ਤੇ ਮੋਹਰ ਬਣ ਗਈ ਸੀ ਤੇ ਕਿਹਾ ਸੀ ਜਿਸ ਵੇਲੇ ਤੁਹਾਡੇ ਘਰ ਪੁੱਤਰ ਜਨਮ ਲਏਗਾ, ਇਹ ਨਿਸ਼ਾਨ ਜਿਹੜਾ ਤੁਹਾਡੇ ਪੱਟ ਤੇ ਹੈ ਨਾ, ਉਹਦੇ ਸਿਰ ਵਿੱਚ ਹੋਏਗਾ। ਪਿਆਰਿਓ, ਉਹ ਹੋਰ ਕੋਈ ਨਹੀਂ ਸੀ ਜਦੋਂ ਜਨਮ ਲਿਆ, ਉਹ ਸੀ ਰਤਨ ਰਾਏ। ਰਤਨ ਰਾਏ ਜਿਹੜਾ ਸ੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਮਿਲਣ ਆਇਆ ਸੀ, ਪ੍ਰਸ਼ਾਦੀ ਹਾਥੀ ਤੇ ਹੋਰ ਸ਼ਸਤਰ ਬਸਤਰ ਲੈ ਕੇ, ਜਿਨ੍ਹਾਂ ਕਰਕੇ 22 ਧਾਰ ਦੇ ਰਾਜਿਆਂ ਨੇ ਜੰਗਾਂ ਛੇੜੀਆਂ ਸਨ। ਇਤਿਹਾਸ ਬੜਾ ਲੰਮੇਰਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਇਰਦ ਗਿਰਦ। ਜਦੋਂ ਅਸੀਂ ਸਟੋਰੀਆਂ ਨੂੰ ਪੜ੍ਹਦੇ ਹਾਂ, ਦੇਖਦੇ ਹਾਂ, ਮੱਤ ਬਹੁਤ ਥੋੜ੍ਹੀ ਹੈ, ਅਕਲ ਬਿਲਕੁਲ ਨਹੀਂ, ਬਿਆਨ ਨਹੀਂ ਕੀਤਾ ਜਾ ਸਕਦਾ। ਮੇਰਾ ਸਤਿਗੁਰੂ ਸਾਡੀਆਂ ਭੁੱਲਾਂ ਬਖਸ਼ ਦੇ, ਪਰ ਕਿਰਪਾ ਕਰੇ
ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਖ ਧਰਮ ਦਾ ਪ੍ਰਚਾਰ ਵਧੀਆ ਤਰੀਕੇ ਨਾਲ ਕਰੀਏ। ਜਿਹੜੇ ਸਾਡੇ ਭੈਣ ਭਾਈ ਸਾਡੇ ਤੋਂ ਦੂਰ ਹੋ ਚੁੱਕੇ ਨੇ, ਧਰਮ ਤੋਂ ਦੂਰ ਹੋ ਚੁੱਕੇ ਨੇ, ਪਿਆਰਿਓ, ਜ਼ਿਆਦਾ ਕੱਟੜਤਾਈ ਕਰਕੇ ਉਹਨਾਂ ਨੂੰ ਅਸੀਂ ਦੂਰ ਹੋਰ ਨਾ ਕਰੀਏ, ਨਹੀਂ ਤਾਂ ਉਹ ਡੇਰਿਆਂ 'ਚ ਹੀ ਜਾਣਗੇ। ਜਿੱਥੇ ਉਹਨਾਂ ਨੂੰ ਮਾੜਾ ਮੋਟਾ ਸੁੱਖ ਮਿਲਦਾ ਉੱਥੇ ਹੀ ਜਾਣਗੇ ਉਹ। ਆਪਾਂ ਉਹਨਾਂ ਨੂੰ ਇੱਥੇ ਲੈ ਕੇ ਆਈਏ। ਆਪਣੇ ਪੰਥ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋ ਕੇ ਸਾਰੇ ਹੱਲ ਕਰ ਸਕਦੇ ਹਾਂ। ਜੋ ਅੱਜ ਦੁਨੀਆ ਦੇ ਵਿੱਚ ਹੋ ਰਿਹਾ ਹੈ, ਮੇਰੀ ਤਾਂ ਅਰਦਾਸ ਹੈ ਮੇਰੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ, ਜੇ ਆਪ ਜੀ ਨਹੀਂ ਆ ਸਕਦੇ, ਮਹਾਰਾਜ ਕੋਈ ਇਹੋ ਜਿਹੀ ਸ਼ਕਤੀ ਭੇਜੋ ਜਿਹੜੀ ਪੰਥ ਦੀ ਅਗਵਾਈ ਕਰੇ, ਕਿਉਂਕਿ ਲੋੜ ਹੈ, ਲੋੜ ਹੈ। ਸਤਿਗੁਰੂ ਮਿਹਰ ਕਰੇ, ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਵਿਆਖਿਆ ਕਰਦਿਆਂ ਬਥੇਰੀਆਂ ਭੁੱਲਾਂ ਚੁੱਕਾਂ ਹੋਈਆਂ। ਕਲਗੀਧਰ ਦਸ਼ਮੇਸ਼ ਪਿਤਾ ਜੀ, ਧੰਨ ਧੰਨ ਗੁਰਦੇਵ ਸਤਿਗੁਰੂ ਮਹਾਰਾਜ ਸ੍ਰੀ ਅਕਾਲ ਪੁਰਖ ਜੀ ਭੁੱਲਾਂ ਬਖਸ਼ ਦੇਣ। ਸ਼ਹੀਦ ਸਿੰਘ ਭੁੱਲਾਂ ਬਖਸ਼ਾ ਲੈਣ ਮਹਾਰਾਜ ਜੀ, ਕਿਰਪਾ ਕਰਨ, ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹੀ ਪਿਆਰ ਮੁਹੱਬਤ ਦੇ ਨਾਲ ਜੋ ਅਸੀਂ ਸਤਿਕਾਰ ਇੱਕ ਦੂਜੇ ਦਾ ਕਰ ਸਕੀਏ, ਹੱਦ ਵੱਧ ਕੇ ਕਰੀਏ, ਜਿਸ ਦੇ ਨਾਲ ਸਾਡਾ ਜੀਵਨ ਸਫਲਾ ਹੋ ਜਾਏ। ਜਦੋਂ ਵੀ ਕੋਈ ਦਿਨ ਸੁਦਾਉਂਦਾ ਹੈ, ਗੁਰੂ ਘਰੇ ਜ਼ਰੂਰ ਜਾਇਆ ਕਰੋ, ਮੱਥਾ ਟੇਕ ਕੇ ਪ੍ਰਸ਼ਾਦ ਲੈ ਕੇ ਬੇਸ਼ੱਕ ਆ ਜਾਇਆ ਕਰੋ। ਇਸ ਤਰ੍ਹਾਂ ਨਾ ਕਰਿਆ ਕਰੋ ਕਿ ਟਾਈਮ ਲੱਗਣਾ, ਜਾ ਨਹੀਂ ਹੋਣਾ, ਕੰਮ ਕਾਰ ਜੇ ਉਹ ਚੱਲੀ ਜਾਣਾ। ਦਿਨ ਕਦੇ ਕਦੇ ਹੀ ਆਉਂਦੇ ਨੇ। ਆਪਣਾ ਇਹ ਮੱਥਾ ਅਕਾਲ ਪੁਰਖ, ਇਹ 10 ਪਾਤਸ਼ਾਹਾਂ ਦੀ ਜੋਤ ਹੈ ਗੁਰੂ ਗ੍ਰੰਥ ਸਾਹਿਬ ਜੀ। ਕੋਈ ਛੋਟੀ ਮੋਟੀ ਕਿਤਾਬ ਨਹੀਂ ਕਿ ਲਿਖਿਆ ਵਿੱਚ, ਠੀਕ ਹੈ ਮੱਥਾ ਟੇਕਿਆ ਹੋਇਆ, ਪਤਾ ਨਹੀਂ ਹੋਇਆ। ਬਹੁਤ ਕੁਝ ਹੁੰਦਾ, ਬਹੁਤ ਕੁਝ ਹੁੰਦਾ। ਬੜੀ ਕਰਾਮਾਤ ਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ। ਆਪਣਾ ਮੱਥਾ ਰਗੜੋਗੇ, ਜਿਹੜੀਆਂ ਲਕੀਰਾਂ ਨਾ ਮੱਥੇ ਦੀਆਂ ਇਹ ਬਦਲਣਗੀਆਂ। ਤੁਹਾਡੀਆਂ ਦੁੱਖਾਂ ਤਕਲੀਫਾਂ ਦਾ ਨਾਸ਼ ਹੋਊਗਾ। ਵਿਸ਼ਵਾਸ, ਹੈਵ ਫੇਥ ਇਨ ਯੂਰ ਰਿਲੀਜਨ। ਇਹ ਸਾਡਾ ਧਰਮ ਹੈ। ਸਾਡਾ ਧਰਮ ਹਰ ਇੱਕ ਧਰਮ ਦਾ ਸਤਿਕਾਰ ਕਰਦਾ ਹੈ, ਕਿਸੇ ਧਰਮ ਦੇ ਖਿਲਾਫ ਨਹੀਂ। ਇਹ ਹੀ ਗੱਲ ਮੇਰੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕੀਤੀ। ਔਰੰਗਜ਼ੇਬ ਨੇ 4 ਸਾਹਿਬਜ਼ਾਦੇ ਸ਼ਹੀਦ ਕੀਤੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਦੇ ਪੁੱਤਰ ਬਹਾਦਰ ਸ਼ਾਹ ਨੂੰ ਗੱਦੀ ਤੇ ਬਿਠਾਇਆ। ਅਸੀਂ ਤਾਂ ਬਦਲਾ ਕਹਿੰਦੇ ਹਾਂ, ਖੂਨ ਦਾ ਬਦਲਾ ਖੂਨ। ਇੱਥੇ ਦਿਮਾਗ ਦੀ ਗੱਲ ਹੈ, ਸੋਚ ਦੀ ਗੱਲ ਹੈ, ਜਿਹੜੀ ਅਸੀਂ ਬਹੁਤ ਵਾਰੀ ਭੁੱਲ ਜਾਂਦੇ ਹਾਂ ਕਿ ਜਿਹੜੀ ਕੋਈ ਲੜਾਈ ਆ ਕਿਸ ਤਰ੍ਹਾਂ ਲੜੀ ਜਾਂਦੀ ਆ। ਚਲੋ ਪਿਆਰਿਓ, ਵਿਸ਼ਾ ਲੰਮਾ ਚੌੜਾ ਹੋ ਜਾਣਾ। ਅਕਾਲ ਪੁਰਖ ਮਿਹਰ ਕਰੇ ਸਭ ਨੂੰ। ਪਵਿੱਤਰ ਦਿਹਾੜੇ ਦੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਵਸ ਦੀਆਂ ਲੱਖਾਂ ਲੱਖਾਂ ਵਧਾਈਆਂ। ਅਕਾਲ ਪੁਰਖ ਸਭ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਜਕਾਰੇ ਗਿਆਵੇ ਨਿਹਾਲ ਹੋ ਜਾਵੇ, ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਪਵਿੱਤਰ ਚਰਨਾਂ ਨੂੰ ਭਾਵੇ। ਸਤਿ ਸ੍ਰੀ ਅਕਾਲ। ਖੁਸ਼ੀਆਂ ਦੇ ਜਕਾਰੇ ਗਿਆਵੇ ਨਿਹਾਲ ਹੋ ਜਾਵੇ, ਮਾਤਾ ਗੁਜਰੀ ਜੀ ਦੇ ਸੋਹਣੇ ਸੋਹਣੇ ਚਰਨਾਂ ਨੂੰ ਭਾਵੇ, ਨਿਹਾਲ ਹੋ ਜਾਵੇ। ਸਤਿ ਸ੍ਰੀ ਅਕਾਲ। ਗੁਰਬਰਿਆ ਅਕਾਲ, ਦੇਗੋ ਤੇਗੋ ਫਤਿਹ ਨੂੰ ਸੁਧ ਬੇਦ ਰੰਗ ਯਾਫਤਾ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤੁਧ ਆਗੇ ਸੀਸ ਹਮਾਰਾ ਹੈ। ਸਤਿ ਸ੍ਰੀ ਅਕਾਲ ਪੁਰਖ ਜੀ ਹੋਏ ਸਹਾਏ। ਬੇਨਤੀ ਹੈ ਕਿ KTV ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਕਿਰਪਾ ਕਰੋ, ਮਿਹਰ ਕਰੋ, ਆਪਣੇ ਦਸਾਂ ਨੌਹਾਂ ਦੀ ਕਿਰਤ, ਜੋ ਵੀ 1 ਪਾਉਂਡ 2 ਪਾਉਂਡ ਜੋ ਵੀ ਦੇ ਸਕਦੇ ਹੋ, ਕੋਈ ਡਾਲਰ ਦੇ ਸਕਦੇ ਹੋ, ਵਰਲਡ ਵਾਈਡ ਚੱਲਦਾ ਹੈ। ਆਪ ਜੀ ਕਿਰਪਾ ਕਰਕੇ ਸਹਾਇਤਾ ਕਰੋ ਤਾਂ ਕਿ ਪ੍ਰਚਾਰ ਵਧੀਆ ਚੱਲੇ ਤੇ ਸੰਗਤਾਂ ਆਨੰਦ ਲੈਣ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।